ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਬਹੁਤ ਹੀ ਵਡਭਾਗੇ ਹੋ, ਵੱਡਿਆਂ ਭਾਗਾਂ ਵਾਲੇ। ਵੱਡੇ ਭਾਗ ਬਣਦੇ ਗੁਰੂ ਨਾਲ ਜੁੜਿਆ। ਆ ਜਿਹੜਾ ਤੁਹਾਨੂੰ ਜਨਮ ਮਿਲਿਆ ਹੈ ਸਾਧ ਸੰਗਤ ਜੀ, ਚੰਗੇ ਘਰਾਣੇ ਵਿੱਚ ਚੰਗੀ ਸੰਗਤ ਮਿਲੀ ਆ। ਇਹ ਤੁਹਾਡੇ ਪਿਛਲੇ ਨਾਮ ਦੀ ਸੇਵਾ ਹੈ। ਜੋ ਪਿਛਲੇ ਸਮੇਂ ਵਿੱਚ ਪਿਛਲੇ ਜਨਮਾਂ ਵਿੱਚ ਤੁਸੀਂ ਨਾਮ ਜਪਿਆ ਹੈ, ਉਹਦਾ ਨਿਚੋੜ ਅੱਜ ਤੁਹਾਨੂੰ ਮਿਲਿਆ ਕਿ ਚੰਗੀ ਸੰਗਤ ਮਿਲੀ ਹੈ, ਚੰਗਾ ਘਰ ਮਿਲਿਆ ਹੈ, ਚੰਗੇ ਬੰਦਿਆਂ ਨਾਲ ਚੰਗੀ ਸੰਗਤ ਨਾਲ ਤੁਹਾਡਾ ਸੰਬੰਧ ਹੋਇਆ ਹੈ। ਅੱਜ ਗੱਡੀਆਂ ਮੋਟਰਾਂ ਏਸੀ ਜਾਂ ਰੂਮ ਹੀਟਰ ਜਿਹੜੇ ਤੁਹਾਨੂੰ ਲੱਗੇ ਆ, ਇਹ ਪਿਛਲੀ ਕਮਾਈ ਨਾਲ ਲੱਗੇ। ਪਿੱਛੇ ਤੁਸੀਂ ਸਿਮਰਨ ਕੀਤਾ ਹੈ, ਨਾਮ ਜਪਿਆ ਹੈ, ਤੇ ਅੱਗੇ ਵਾਸਤੇ ਵੀ ਬੀਜੋ। ਅੱਗੇ ਵਾਸਤੇ ਬੀਜਿਆ ਕਿੱਦਾਂ ਜਾਣਾ ਹੈ? ਖੇਤੀ ਕਰਮਾਂ ਸੇਤੀ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣੇ ਆਉਣ ਵਾਲੇ ਜਨਮ ਵਾਸਤੇ, ਆਉਣ ਵਾਲੇ ਸਮੇਂ ਵਾਸਤੇ ਆਪਾਂ ਨੂੰ ਸੇਵਾ ਕਰਨੀ ਬਹੁਤ ਜ਼ਰੂਰੀ ਆ। ਪਾਤਸ਼ਾਹ ਜੀ ਨੇ ਹੁਣੇ ਤੁਹਾਨੂੰ ਸਰਵਣ ਕਰਵਾਇਆ, ਕਬੀਰ ਕਲਯੁਗ ਆ ਗਿਆ, ਝੜ ਝੜ ਪੈਣ ਅੰਗਿਆਰ। ਜੇ ਸੰਤ ਨਾ ਹੋਤੇ ਜਗਤ में ਜਲ ਮਰਤਾ ਸੰਸਾਰ। ਜਿਸ ਤਰ੍ਹਾਂ ਐਸ ਵੱਡੇ ਹਾਲ ਦੇ ਥੱਲੇ ਬੀਲ ਪਾਏ ਕੱਢੇ ਆ, ਬਹੁਤ ਵੱਡੇ ਵੱਡੇ ਬੀਮ ਪਾ ਕੇ ਇਹਨਾਂ ਦੀਆਂ ਥੰਮੀਆਂ ਬਣਾਈਆਂ ਹੈ। ਉੱਪਰ ਕਿੰਨਾ ਵਜਨ ਆ, ਹਜ਼ਾਰਾਂ ਹੀ ਟਨ ਜਿਹੜਾ ਇਹਦੇ ਉੱਪਰ ਭਾਰ ਆ, ਪਰ ਇਹ ਚੁੱਕਿਆ ਕਹਿੰਦੇ ਆ ਜਿਹੜੇ ਬੀਲ ਪਾਏ ਬਣੇ ਇਹਨਾਂ ਨੇ। ਇਹ ਸੰਸਾਰ ਦਾ ਜੋ ਭਾਰ ਆ, ਬਹੁਤ ਪਾਪੀ ਅਪਰਾਧੀ, ਗਲ ਵੱਢ ਕੇ ਹੱਤਿਆ ਕਮਾਉਣ ਵਾਲੇ, ਜ਼ੁਲਮ ਕਰਨ ਵਾਲੇ, ਜਬਰ ਜਨਾਹ ਕਰਨ ਵਾਲੇ ਇਸ ਧਰਤੀ ਉੱਤੇ ਪੈਦਾ ਹੋਏ ਆ ਤੇ ਪੈਦਾ ਹੁੰਦੇ ਰਹਿਣੇ ਆ। ਉਹਨਾਂ ਪਾਪੀਆਂ ਅਪਰਾਧੀਆਂ ਦਾ ਭਾਰ ਚੁੱਕਦੇ ਆ ਸੰਤ ਮਹਾਂਪੁਰਖ। ਸੰਸਾਰ ਜਿਹੜਾ ਅਸਮਾਨ ਹੈ ਨਾ, ਉਹ ਮਹਾਂਪੁਰਖਾਂ ਦੇ ਆਸਰੇ ਬਿਨਾਂ ਥੰਮੀਆਂ ਤੋਂ ਅਸਮਾਨ ਖਲੋਤਾ ਹੈ, ਪਰ ਉਹਦੀਆਂ ਥੰਮੀਆਂ ਕੌਣ ਹੈ? ਸੰਤ ਮਹਾਂਪੁਰਖ। ਅੱਜ ਬਹੁਤ ਵੱਡਾ ਦਿਨ ਹੈ ਪਿਆਰੀ ਸਾਧ ਸੰਗਤ ਜੀਓ। ਕਦੀ ਕਦੀ ਆਉਂਦਾ ਹੈ, ਕਾਫੀ ਸਮੇਂ ਬਾਅਦ ਏਡਾ ਵੱਡਾ ਦਿਨ। ਆਪਾਂ ਸਤਿਗੁਰੂ ਬਾਬਾ ਗੁਰਮੇਲ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਦੂਰ ਦਰੇਡਿਓਂ ਸੰਗਤਾਂ ਆਈਆਂ ਹੈ, ਤੇ ਨਾਲ ਹੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਇਸ ਦੇਸ਼ ਦੀ ਖਾਤਰ, ਇਸ ਕੌਮ ਦੀ ਖਾਤਰ, ਇਸ ਧਰਤੀ ਦੀ ਖਾਤਰ ਆਪਣਾ ਸਾਰਾ ਪਰਿਵਾਰ ਲੇਖੇ ਵਿੱਚ ਲਾ ਦਿੱਤਾ, ਉਹਨਾਂ ਦਾ ਵੀ ਆਪਾਂ ਜਨਮ ਦਿਹਾੜਾ ਸਭ ਸੰਗਤਾਂ ਮਨਾ ਰਹੀਆਂ। ਤਾਂ ਹੀ ਅੱਜ ਕੀਰਤਨ ਦਰਬਾਰ ਚੱਲਿਆ ਹੈ। 2 ਰਾਗੀ ਜਥੇ, ਹਜੂਰੀ ਰਾਗੀ ਜਥੇ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ, ਭਾਈ ਸਾਹਿਬ ਭਾਈ ਸਵਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਆਣ ਕੇ ਉਹਨਾਂ ਨੇ ਕੀਰਤਨ ਸੁਣਾ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਸੰਗਤਾਂ ਨੂੰ ਜੋੜਿਆ ਹੈ। ਤੀਸਰਾ, ਅੱਜ ਦੇ ਦਿਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਸਤਿਗੁਰ ਤੋਂ ਵੇਮੁਖ ਹੋ ਗਏ ਸੀ, ਭੁੱਲ ਗਏ ਸੀ, ਬਦਾਵਾ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਦੇ ਆਏ। ਭੁੱਖ ਦੀ ਦੁੱਖੋਂ ਕੁਝ ਮੁਸ਼ਕਲਾਂ ਸੀ, ਉਹਨਾਂ ਦਾ ਅੱਜ ਦੇ ਦਿਨ ਬਦਾਵਾ ਵੀ ਪਾਟਾ ਸੀ, ਟੁੱਟੀ ਗੰਢੀ। ਸਤਿਗੁਰਾਂ ਨੇ ਉਹ ਬਦਾਵੇ ਨੂੰ ਪਾੜਿਆ ਤੇ ਅਰਦਾਸ ਵਿੱਚ ਨਾਂ ਆਇਆ 40 ਮੁਕਤੇ। ਆ ਜਿਹੜੀ ਤੁਸੀਂ ਅਰਦਾਸ ਕਰਦੇ ਹੋ ਨਾ, ਬਹੁਤ ਸਿਆਣੇ ਮਹਾਂਪੁਰਖ ਬੈਠੇ ਆ। ਸਾਡੇ ਵੀ ਦਰਬਾਰ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਸਾਡੇ ਗੁਰੂ ਘਰ ਦੇ ਸੇਵਾਦਾਰ 5 ਸਿੱਖ ਬਹੁਤ ਸੋਝੀ ਵਾਲੇ ਸਾਡੇ ਨਾਲ ਬੈਠੇ ਆ। ਜਿਹੜੀ ਤੁਸੀਂ ਅਰਦਾਸ ਕਰਦੇ ਹੋ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁਖ ਜਾਏ। ਗੁਰੂ ਤੇਗ ਬਹਾਦਰ ਸਿਮਰਿਏ ਘਰ ਨੌ ਨਿਧ ਆਵੇ ਤਾਏ। ਇਹ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਇਸ ਤੋਂ ਬਾਅਦ 85 ਸੰਤ ਮਹਾਂਪੁਰਖ ਹੋਏ ਆ, ਜਿਸ ਤਰ੍ਹਾਂ ਬਾਬਾ ਤਰਲੋਕ ਸਿੰਘ ਮਹਾਰਾਜ ਵਰਗੇ, ਬਾਬਾ ਗੁਰਮੇਲ ਸਿੰਘ ਮਹਾਰਾਜ ਜੀ ਵਰਗੇ, ਸੰਤ ਬਾਬਾ ਸੁਰਿੰਦਰ ਸਿੰਘ ਜੀ ਵਰਗੇ 85 ਸੰਤਾਂ ਮਹਾਂਪੁਰਖਾਂ ਨੇ ਆਪਣੀ ਰਾਏ ਦਿੱਤੀ ਅੱਗੇ ਕਿ ਅਰਦਾਸ ਏਡੀ ਨਹੀਂ, ਅਰਦਾਸ ਵੱਡੀ ਹੋਵੇ। ਇਸ ਅਰਦਾਸ ਵਿੱਚ ਜਿਹੜੀ ਅਰਦਾਸ ਕੀਤੀ, ਜੋ ਸਮੇਂ ਦੇ ਨਾਲ ਮੰਗਿਆ ਜਾਵੇ ਗੁਰੂ ਗ੍ਰੰਥ ਸਾਹਿਬ ਕੋਲੋਂ, ਉਹ ਥੋੜ੍ਹਾ ਹੈ ਤੇ ਵੱਧ ਤੋਂ ਵੱਧ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਵੇ। 85 ਸੰਤਾਂ ਨੇ ਅੱਗੇ ਅਰਦਾਸ ਜੋੜੀ
ਨਾਂ ਲਿਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋੜਿਆ, ਸੰਤਾਂ ਮਹਾਂਪੁਰਖਾਂ ਨੇ ਨਾਂ ਜੋੜਿਆ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਇ। ਇਸ ਤੋਂ ਅੱਗੇ ਸੰਤਾਂ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ। 10 ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਇਹ ਵੀ ਮਹਾਂਪੁਰਖਾਂ ਦੀ ਦੇਣ ਆ। ਜਿੱਥੇ ਬਾਬਾ ਜੀ ਨੇ ਕਿਹਾ ਸੰਤ ਨਾ ਹੋਤੇ ਜਗਤ ਮੈਂ ਜਲ ਮਰਤਾ, ਸੰਸਾਰ ਕਿਸੇ ਨੇ ਏਡੀ ਵੱਡੀ ਅਰਦਾਸ ਨਹੀਂ ਸੀ ਕਰਨੀ ਜੇ ਮਹਾਂਪੁਰਖ ਸੰਤ ਸੰਸਾਰ ਵਿੱਚ ਨਾ ਆਉਂਦੇ। ਇਹ ਸਿੱਖਿਆ ਸਾਨੂੰ ਮਿਲਣੀ ਨਹੀਂ ਸੀ। ਗੁਰੂ ਘਰ ਦੇ ਸਾਜੇ ਨਵਾਜੇ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਹੱਡੀਆਂ ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ। ਆਪਾਂ ਕੋਈ ਚੀਜ਼ ਵੇਖੀ ਵੀ ਨਹੀਂ ਹੁੰਦੀ, ਆਪਾਂ ਕੋਈ ਸੁਣੀ ਵੀ ਨਹੀਂ ਹੁੰਦੀ, ਤੇ ਐਵੇਂ ਰੌਲਾ ਪਾ ਦਿੰਦੇ ਆ, ਹਾਂ ਜੀ ਮੇਰੇ ਸਾਹਮਣੇ ਦੀ ਗੱਲ ਆ, ਮੈਂ ਵੇਖੀ ਆ, ਆਹ ਕੁਝ ਹੋਇਆ, ਉਹ ਕੁਝ ਹੋਇਆ। ਪਰ ਸਤਿਗੁਰਾਂ ਦੇ ਸੇਵਾਦਾਰ ਮਹਾਂਪੁਰਖਾਂ ਨੇ, ਪੂਰਨ ਮਹਾਂਪੁਰਖਾਂ ਨੇ ਦੱਸਿਆ, ਜਿਨ੍ਹਾਂ ਦੇਖ ਕੇ ਅੰਡਿਠ ਕੀਤਾ, ਜਿਨ੍ਹਾਂ ਸਭ ਕੁਝ ਵੇਖ ਵੀ ਲਿਆ, ਤੇ ਫਿਰ ਕਹਿਣਾ 3 ਲੋਕ 9 ਖੰਡ ਮੈਂ ਗੁਰੂ ਤੇ ਵੱਡਾ ਨਾ ਕੋਈ। ਤਿੰਨਾਂ ਲੋਕਾਂ ਤੇ 9 ਖੰਡਾਂ ਵਿੱਚ ਸਤਿਗੁਰ ਤੋਂ ਵੱਡਾ ਕੋਈ ਨਹੀਂ। ਜਿਹਨੇ ਸ੍ਰਿਸ਼ਟੀ ਸਾਜੀ ਆ ਉਹਨੂੰ ਸਾਰਾ ਪਤਾ, ਉਹਨੂੰ ਕੋਈ ਭੁਲੇਖਾ ਨਹੀਂ ਕਿ ਸੰਸਾਰ ਕੀ ਕਰ ਰਿਹਾ। ਬਾਬਾ ਜੀ ਨੇ ਦੱਸਿਆ ਹੈ ਕਿ ਕਲਯੁਗ ਦੀ ਉਮਰ ਬਹੁਤ ਲੰਮੀ ਆ, ਪਰ ਅਜੇ ਬੜੀ ਵੱਡੀ ਬਖਸ਼ਿਸ਼ ਹੋਈ ਆ ਕਿ ਕਲਯੁਗ ਨੂੰ ਉਮਰ ਸਮੇਂ ਦੇ ਮੁਤਾਬਕ ਘੱਟ ਮਿਲੀ ਆ, ਬੰਦਿਆਂ ਦੀ ਵੀ ਘੱਟ ਤੇ ਕਲਯੁਗ ਦਾ ਆਪਣਾ ਵੀ ਸਮਾਂ ਘੱਟ ਮਿਲਿਆ ਇਹਨੂੰ। ਪਰ ਫੇਰ ਵੀ ਸਾਡੇ ਵਾਸਤੇ ਬਹੁਤ ਜ਼ਿਆਦਾ ਹੈ। ਦੁੱਖ ਦੀ ਤੇ ਇੱਕ ਰਾਤ ਕੱਟਣੀ ਬੜੀ ਔਖੀ ਆ, ਤੇ ਸੁੱਖਾਂ ਦੇ ਜਿਹੜੇ ਸਾਲ ਆ ਉਹ ਸੁਪਨੇ ਵਾਂਗੂ ਹੀ ਲੰਘ ਜਾਂਦੇ। ਸੁੱਖ ਦੇ ਦਿਨ ਕਿਸੇ ਨੂੰ ਚੇਤੇ ਆਉਂਦੇ ਆ। ਤੁਸੀਂ ਹੁਣੇ ਥੋੜਾ ਸਮਾਂ ਬਾਬਾ ਜੀ ਦੇ ਪੋਤਰਾ ਪੋਤਰੀ, ਛੋਟੇ ਛੋਟੇ ਬੱਚਿਆਂ ਨੂੰ ਬੀਬੀ ਜੀ ਹੁਣੀ ਨਮਸਕਾਰ ਕਰਵਾ ਰਹੇ ਆ। ਉਹ ਬੜਾ ਸੁੱਖ ਦਾ ਸਮਾਂ ਸੀ, ਪਰ ਸਾਨੂੰ ਐਂ ਲੰਘਿਆ ਜਿੱਦਾਂ ਸੁਪਨਾ ਹੀ ਸਾਨੂੰ ਆਇਆ ਸੀ। 35 ਸਾਲ ਸੁਪਨੇ ਵਾਂਗੂ ਲੰਘੇ, ਝਾਟੀ ਲੰਘ ਗਏ। ਕੁਝ ਸਮਾਂ ਸਤਿਗੁਰਾਂ ਨੇ ਸਤਿਗੁਰੂ ਬਾਬਾ ਸੁਰਿੰਦਰ ਸਿੰਘ ਨੂੰ ਦਿੱਤਾ। ਇਹ ਵੀ ਸਮਾਂ ਬਹੁਤ ਛੇਤੀ ਖਤਮ ਹੋ ਗਿਆ, ਮੁੱਕ ਗਿਆ। ਜ਼ਿਆਦਾ ਸਮਾਂ ਇਹ ਸੁਪਨਾ ਥੋੜ੍ਹੇ ਹੀ ਟਾਈਮ ਦਾ ਸੀ, ਜ਼ਿਆਦਾ ਰਾਤ ਦਾ ਸੁਪਨਾ ਵੀ ਨਹੀਂ ਸੀ। ਅਰਦਾਸ ਕਰੋ ਕਿ ਮਹਾਂਪੁਰਖਾਂ ਨੂੰ ਬਹੁਤ ਲੰਮਾ ਸਮਾਂ ਮਿਲੇ ਸੰਗਤ ਦੀ ਪੁਕਾਰ ਸੁਣਨ ਵਾਸਤੇ। ਬਹੁਤ ਲੰਮਾ ਸਮਾਂ ਤੁਹਾਡੇ ਦੁੱਖ ਦਰਦਾਂ ਨੂੰ, ਤੁਹਾਡੀ ਤਕਲੀਫਾਂ ਨੂੰ ਮਹਾਂਪੁਰਖ ਸੁਣਨ। ਪਿਆਰੀ ਸਾਧ ਸੰਗਤ ਜੀ, ਕਲਯੁਗ ਨੂੰ ਜਦੋਂ ਉਮਰ ਦੀ ਵੰਡ ਹੋਈ ਨਾ, ਕਲਯੁਗ ਦੀ ਉਮਰ, ਤੇ ਇਹਨੂੰ ਉਮਰ ਮਿਲੀ 4,32,000 ਸਾਲ। ਕਲਯੁਗ ਨੂੰ ਉਮਰ 4,32,000 ਸਾਲ ਉਮਰ ਮਿਲੀ। 100 ਸਾਲ ਦੀ ਉਮਰ ਬੰਦੇ ਦੀ ਕੀਤੀ ਗਈ, ਤੇ ਕਲਯੁਗ ਦੇ ਅਵਤਾਰ ਬਣਾਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਗੁਰੂ ਨਾਨਕ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਜਾਮੇ ਗੁਰੂ ਨਾਨਕ ਦੇਵ ਜੀ ਆਏ। 11ਵਾਂ ਜਾਮਾ ਜਿਹੜਾ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਸ ਤੋਂ ਬਾਅਦ 73 ਜਾਮੇ ਸੰਤਾਂ ਮਹਾਂਪੁਰਖਾਂ ਦੇ, ਜਿਹੜੇ ਆਉਂਦੇ ਸਮੇਂ ਨਾਲ ਤੇ ਨਾਮ ਨਾਲ ਜੋੜ ਕੇ, ਸੇਵਾ ਨਾਲ ਜੋੜ ਕੇ ਜੀਵਾਂ ਦਾ ਉਧਾਰ ਕਰਦੇ। ਇਹ ਤੋਂ ਦੁੱਗਣੀ ਉਮਰ ਸੀ ਦੁਆਪਰ ਯੁੱਗ ਦੀ। 8,64,000 ਸਾਲ ਸੀ ਉਮਰ ਦੁਆਪਰ ਯੁੱਗ ਦੀ। ਦੁਆਪਰ ਯੁੱਗ ਵਿੱਚ ਵੀ 84 ਵਾਰ ਕ੍ਰਿਸ਼ਨ ਮਹਾਰਾਜ ਜੀ ਆਏ ਗਰੀਬਾਂ ਦੀ ਅਰਦਾਸ ਬੇਨਤੀ ਸੁਣਨ ਵਾਸਤੇ, ਗਰੀਬਾਂ ਦੀ ਰੱਖਿਆ ਰੱਖਣ ਵਾਸਤੇ। ਇਹਦੇ ਨਾਲ ਡਬਲ ਉਮਰ ਸੀ ਤ੍ਰੇਤੇ ਯੁੱਗ ਦੀ। ਪਿਆਰੀ ਸਾਧ ਸੰਗਤ ਜੀ, ਤ੍ਰੇਤੇ ਯੁੱਗ ਦੀ ਉਮਰ ਸੀ 17,28,000 ਸਾਲ, ਤੇ 84 ਵਾਰ ਸਤਿਗੁਰ ਉਦੋਂ ਆਏ, ਗਰੀਬਾਂ ਦੀ ਲਾਜ ਰੱਖੀ। ਸਤਿਯੁਗ ਦੀ ਉਮਰ ਇਹਦੇ ਨਾਲੋਂ ਦੁੱਗਣੀ ਹੋ ਗਈ। 34,56,000 ਸਾਲ ਦੀ ਉਮਰ ਸਤਿਯੁਗ ਨੇ ਲੰਘਾਈ। ਪਰ ਪਿਆਰੀ ਸਾਧ ਸੰਗਤ ਜੀਓ, ਇਹਦੇ ਵਿੱਚ ਸੰਤਾਂ ਦਾ ਰੂਪ ਧਾਰ ਕੇ ਸਤਿਯੁਗ ਵਿੱਚ ਵੀ ਆਏ, ਸੰਤਾਂ ਦਾ ਰੂਪ ਧਾਰ ਕੇ ਤ੍ਰੇਤੇ ਯੁੱਗ ਵਿੱਚ ਵੀ ਆਏ, ਸੰਤਾਂ ਦਾ ਹੀ ਰੂਪ ਧਾਰ ਕੇ ਦੁਆਪਰ ਯੁੱਗ ਵਿੱਚ ਆਏ, ਸੰਤਾਂ ਦਾ ਰੂਪ ਧਾਰ ਕੇ ਅੱਜ ਕਲ ਯੁੱਗ ਵਿੱਚ ਆਏ, ਜਿਨ੍ਹਾਂ ਦੇ ਅੱਜ ਤੁਸੀਂ ਸਾਸੰਗ ਨੂੰ, ਕੀਰਤਨ ਨੂੰ ਸਰਵਣ ਕੀਤਾ। ਸੰਤ ਬਾਬਾ ਨਿਰਮਲ ਦਾਸ ਜੀ, ਸੰਤ ਬਾਬਾ ਹੰਸਰਾਜ ਜੀ, ਸੰਤ ਬਾਬਾ ਸੁਰਿੰਦਰ ਸਿੰਘ ਮਹਾਰਾਜ ਉਹਨਾਂ ਦੇ ਸੈਂਟਰ ਵਿੱਚ ਬੈਠੇ ਸੀ, ਤੇ ਉਹ ਸ਼ਬਦ ਬੋਲਿਆ ਜੋ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਸੇਵਾ ਸਮੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚਿੱਠੀਆਂ ਭੇਜ ਭੇਜ ਕੇ ਉਹ ਸ਼ਬਦ ਲਿਖੇ ਸੀ, ਪਰ ਸਤਿਗੁਰਾਂ ਨੇ ਉਹਨਾਂ ਦੀ ਸੇਵਾ ਨੂੰ ਮਨਜ਼ੂਰ ਕਰਕੇ ਅਖੀਰਲਾ ਸ਼ਬਦ ਲਾਇਆ ਸੀ, ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮੈਂ ਪਾਇਆ। ਸਤਿਗੁਰਾਂ ਨੇ ਸੰਤਾਂ ਦੀ ਬਹੁਤ ਵੱਡੀ ਵਡਿਆਈ ਕੀਤੀ ਆ ਪਿਆਰੀ ਸਾਧ ਸੰਗਤ ਜੋ, ਪਰ ਸਮਾਂ ਇੱਕ ਸਾਰ ਨਹੀਂ ਚੱਲਦਾ। ਬਾਬਾ ਜੀ ਬਾਬਾ ਤਰਲੋਕ ਸਿੰਘ ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਦਿਨ ਰਹਿੰਦੇ ਨਾ ਸਦਾ ਇੱਕ ਸਾਰ ਹੈ, ਕਦੇ ਰੋਣਾ ਪਵੇ ਕਦੇ ਹੱਸਣਾ, ਕਦੇ ਮਹਿਲੋਂ ਕੀ ਮੌਜ ਬਹਾਰ ਹੈ, ਕਦੇ ਜਾਏ ਮਸਾਣੀ ਵਸਣਾ। ਦਿਨ ਇੱਕ ਸਾਰ ਨਹੀਂ ਚੱਲਦੇ, ਪਰ ਮਹਾਂਪੁਰਖ ਮਰ ਜਮਣ ਇੱਧਰ ਪਾ ਦਿੱਤੀ, ਇੱਧਰੋਂ ਕੱਢੀ ਇੱਧਰ ਪਾ ਦਿੱਤੀ। ਇਹ ਮਹਾਂਪੁਰਖ ਨਾ ਜੰਮਦੇ ਆ ਤੇ ਨਾ ਮਰਦੇ ਆ, ਮਰ ਜੰਮਣ ਤੋਂ ਰਹਿਤ ਹੁੰਦੇ ਆ, ਕਿਉਂਕਿ ਇਹਨਾਂ ਨੂੰ ਸਮਾਂ ਸੇਵਾ ਵਾਸਤੇ ਮਿਲਿਆ ਦਾ। ਕਬੀਰ ਕਲਯੁਗ ਆ ਗਿਆ, ਝੜ ਝੜ ਪੈਣ ਅੰਗਿਆਰ, ਜੇ ਸੰਤ ਨਾ ਹੋਤੇ ਜਗਤ ਮੈਂ ਜਲ ਮਰਤਾ ਸੰਸਾਰ। ਕੋ ਸਮਾਂ ਆਇਆ ਸੀ ਅੱਜ ਦੇ ਦਿਨ, ਆ ਜਿਹੜੀ ਰਾਤ ਲੰਘ ਗਈ ਹੈ ਨਾ, ਇਹ ਰਾਤ ਤੇ ਅੱਜ ਵਾਲਾ ਦਿਨ ਇਹ ਚੜ੍ਹਨ ਵਾਲਾ ਸੀ। ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਇਹ ਕਿਤੇ ਕਾਨੇ ਵੱਢਣ ਵਾਸਤੇ ਗਏ, ਤਰੇਲ ਪਾਈ ਸੀ, ਪਾਣੀ ਪਿਆ ਸੀ, ਤੇ ਤਰੇਲ ਤੋਂ ਚੋਈ ਬਾਬਾ ਜੀ ਦੇ ਉੱਪਰ ਛਿੱਟੇ ਪਏ, ਤੇ ਬਾਬਾ ਜੀ ਨੇ ਦਾਤੀ ਰੱਖ ਦਿੱਤੀ। ਕਹਿੰਦੇ ਵੀ ਅਸੀਂ ਕਾਨੇ ਨਹੀਂ ਕੱਟਣੇ। ਸੇਵਾਦਾਰਾਂ ਨੇ ਆਖਿਆ ਮਹਾਰਾਜ ਕਾਨੇ ਕਿਉਂ ਨਹੀਂ ਕੱਟਣੇ? ਕਹਿੰਦੇ ਸਾਡੀ ਦਾਤੀ ਵੇਖ ਕੇ ਜੇ ਦਾਤੀ ਕਾਨਿਆਂ ਨੂੰ ਲਾਈ ਵੀ ਨਹੀਂ, ਅਜੇ ਹਾਥੀ ਅਸੀਂ ਲਾਇਆ ਤੇ ਕਾਨੇ ਰੋ ਪਿਆ, ਕਾਨਿਆਂ ਦੇ ਅਥਰੂ ਡਿੱਗ ਪਿਆ, ਅਸੀਂ ਕਾਨੇ ਨਹੀਂ ਕੱਟਣੇ ਹੋਣਾ। ਤੇ ਉੱਦਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਕੇ ਆਪਣੇ ਸਰੀਰ ਉੱਪਰ ਲੈ ਕੇ ਆਪਣਾ ਭੂਰਾ ਤੇ ਨਾਮ ਜਪਣ ਲੱਗ ਪਏ। ਅੱਜ ਦੀ ਅਖੀਰਲੀ ਰਾਤ ਜਿਹੜੀ ਆ ਲੰਘ ਕੇ ਗਈ। ਇਹ ਵੀ ਦਿਨ ਮਹਾਂਪੁਰਖਾਂ ਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 60 ਸ਼ਬਦ ਬਾਬਾ ਨਾਮਦੇਵ ਮਹਾਰਾਜ ਜੀ ਨੇ ਦਰਜ ਕੀਤੇ ਹਨ, ਉਹਨਾਂ ਦਾ ਵੀ ਬਹੁਤ ਵੱਡਾ ਦਿਨ ਆ। ਇੱਕ ਦਿਨ ਬਾਬਾ ਗੁਰਮੇਲ ਸਿੰਘ ਮਹਾਰਾਜ ਦੇ ਜਨਮ ਦਿਨ ਦਾ, ਦੂਸਰਾ ਦਿਨ ਆਪਾਂ ਮਨਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੀਸਰਾ ਦਿਨ ਆਪਾਂ ਮੁਕਤਸਰ ਜੋ 10ਵੇਂ ਪਾਤਸ਼ਾਹ ਨੂੰ ਬਦਾਵਾ ਲਿਖ ਕੇ ਸਿੱਖ ਚਲੇ ਗਏ ਸੀ ਉਹਨਾਂ ਦਾ, ਤੇ ਚੌਥਾ ਦਿਨ ਆਪਾਂ ਮਨਾ ਰਹੇ ਆ ਬਾਬਾ ਨਾਮਦੇਵ ਮਹਾਰਾਜ ਜੀ ਜੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਾਮ ਜਪਿਆ, ਬੰਦਗੀ ਕੀਤੀ। ਬੜੇ ਵੱਡੀ ਪ੍ਰੀਖਿਆ ਵੀ ਉਸ ਸਮੇਂ ਦੇ ਰਾਜਿਆਂ ਨੇ ਉਹਨਾਂ ਦੀ ਕੀਤੀ, ਪਰ ਉਹ ਨਾਮ ਤੋਂ ਤੇ ਧਰਮ ਤੋਂ ਡੋਲੇ ਨਹੀਂ। ਤੇ ਉੱਥੇ ਚੌਂਕੜਾ ਮਾਰ ਕੇ ਜਦੋਂ ਬੈਠੇ ਤੇ ਸੋਨੇ ਦਾ ਛੱਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਦੇ ਉੱਪਰ ਤਾਣ ਦਿੱਤਾ। 72 ਵਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾਮ ਦੇ ਭਗਤ ਨੇ ਸਿੱਧੀ ਗੱਲਬਾਤ ਕੀਤੀ। ਜਿੱਦਾਂ ਆਪਾਂ ਮਹਾਂਪੁਰਖਾਂ ਦੇ ਨਾਲ ਕਿਤੇ ਗੱਲ ਕਰ ਲਈਏ, ਖੁਸ਼ੀ ਨਾਲ ਗੱਲ ਕਰਦੇ ਅੱਜ ਮੇਰੀ ਸਿੱਧੀ ਗੱਲ ਮਹਾਰਾਜ ਜੀ ਨੇ ਸੁਣੀ, ਮੇਰੀ ਮਹਾਰਾਜ ਜੀ ਦੇ ਨਾਲ ਸਿੱਧੀ ਗੱਲ ਹੋਈ। ਅੱਜ 72 ਵਾਰ ਬਾਬਾ ਨਾਮਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੱਲਬਾਤ ਕੀਤੀ। ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ 35 ਮਿੰਟਾਂ ਵਿੱਚ ਸੇਵਾ ਆਪਾਂ ਸਮਾਪਤ ਕਰਨੀ। ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੰਦਨਾ ਬੇਨਤੀ ਕਰੀਏ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਤਿੰਨਾਂ ਲੋਕਾਂ ਦੇ ਪਤੀ ਜੀ ਪਰਮਾਤਮਾ, ਤਿੰਨਾਂ ਲੋਕਾਂ ਦੇ ਪਤੀ ਜੀ ਪਰਮਾਤਮਾ, ਤਿੰਨਾਂ ਲੋਕਾਂ ਦੇ ਪਤੀ ਪਰਮਾਤਮਾ, ਤਿੰਨਾਂ ਲੋਕਾਂ ਦੇ ਪਤੀ ਪਰਮਾਤਮਾ, ਤਿੰਨਾਂ ਲੋਕਾਂ ਦੇ ਪਤੀ ਜੀ 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 ਪਰਮਾਤਮਾ, ਇਹ ਤੈਨੂੰ ਆ ਡੰਡੌਤ ਬੰਦਨਾ ਜੀ, ਤੇ ਤੈਨੂੰ ਆ ਡੰਡੌਤ ਬੰਦਨਾ ਜੀ, ਤੈਨੂੰ ਆ ਡੰਡੌਤ ਬੰਦਨਾ ਜੀ, ਤੈਨੂੰ ਆ ਡੰਡੌਤ ਬੰਦਨਾ ਜੀ। ਹੱਥ ਜੋੜ ਕੇ ਤੇ
ਸਨਵਾ ਕੇ ਹੱਥ ਜੋੜ ਕੇ ਤੇ ਸੀਸ ਨਵਾ ਕੇ ਹੱਥ ਜੋੜ ਕੇ ਤੇ ਸੀਸ ਨਵਾ ਕੇ ਹੱਥ ਜੋੜ ਕੇ ਤੇ ਸੀਸ ਨਵਾ ਕੇ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਦਾਤਾ ਅਟਰ ਅਟਾਰੀ ਦਿਆ ਮਾਲਕਾ ਦਾਤਾ ਅਟਰ ਅਟਾਰੇ ਦਿਆ ਮਾਲਕਾ ਦਾਤਾ ਅਟਰ ਅਟਾਰੀ ਦਿਆ ਮਾਲਕਾ ਦਾਤਾ ਅਟਰ ਅਟਾਰੀ ਦਿਆ ਮਾਲਕਾ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਹੱਥ ਜੋੜ ਕੇ ਤੇ ਸੀਸ ਨਵਾ ਕੇ 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 ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਦਾਤਾ ਦੇਸਾਂ ਪਰਦੇਸਾਂ ਦੇ ਮਾਲਕਾ 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 ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਪਹਿਲਾ ਆਗਿਆ ਗੁਰਾਂ ਦੇ ਕੋਲੋਂ ਲੈ ਲਈਏ 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 ਫੇਰ ਕੰਮ ਕੀਤਾ ਲੋੜੀਏ ਜੀ 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 ਜਿਹੜੇ ਹੁਕਮ ਗੁਰੂ ਦਾ ਨਾ ਮੰਨਦੇ 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 ਉਹ ਸੜ ਕੇ ਮਨੂਰ ਹੋਣਗੇ ਜੀ ਸੜ ਕੇ ਮਨੂਰ ਹੋਣਗੇ ਜੀ ਉਹ ਸੜ ਕੇ ਮਨੂਰ ਹੋਣਗੇ ਜੀ ਸੜ ਕੇ ਮਨੂਰ ਹੋਣਗੇ ਜੀ ਜਿੰਨਾ ਮੰਨਿਆ ਉਹਨਾਂ ਨੇ ਪੱਲੇ ਬੰਨਿਆ ਆਹਾ ਜਿੰਨਾ ਮੰਨਿਆ ਉਹਨਾਂ ਨੇ ਪੱਲੇ ਬੰਨਿਆ ਜਿੰਨਾ ਮੰਨਿਆ ਉਹਨਾਂ ਨੇ
ਪੱਲੇ ਬੰਨਿਆ ਜਿਨਾ ਮੰਨਿਆ ਉਹਨਾਂ ਨੇ ਪੱਲੇ ਬੰਨਿਆ ਇਹ ਦੂਜੇ ਗਏ ਹੱਥ ਝਾੜ ਕੇ ਜੀ ਉਹ ਦੂਜੇ ਗਏ ਹੱਥ ਝਾੜ ਕੇ ਜੀ ਦੂਜੇ ਗਏ ਹੱਥ ਝਾੜ ਕੇ ਜੀ ਦੂਜੇ ਗਏ ਹੱਥ ਝਾੜ ਕੇ ਜੀ ਦਾਤਾ ਅਟਰ ਤਾਰੇ ਦਿਆ ਮਾਲਕਾ ਦਾਤਾ ਅਟਰ ਅਟਾਰੀ ਦਿਆ ਮਾਲਕਾ ਦਾਤਾ ਅਟਰ ਅਟਾਰੀ ਦਿਆ ਮਾਲਕਾ ਦਾਤਾ ਅਟਰ ਅਟਾਰੀ ਦਿਆ ਮਾਲਕਾ ਇਹ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਤੈਨੂੰ ਡੰਡੋਤ ਬੰਦਨਾ ਜੀ ਦਾਤਾ ਅਟਰ ਅਟਾਰੀ ਦੇ ਆ ਮਾਲਕਾ ਤੈਨੂੰ ਆ ਡੰਡੌਤ ਬੰਦਨਾ ਤਿੰਨਾਂ ਲੋਕਾਂ ਦੇ ਪਤੀ ਪਰਮਾਤਮਾ ਤੈਨੂੰ ਆ ਡੰਡੌਤ ਬੰਦਨਾ ਹੱਥ ਜੋੜ ਕੇ ਸੀਸ ਨਵਾ ਕੇ ਤੈਨੂੰ ਆ ਡੰਡੌਤ ਬੰਦਨਾ। ਇਹ ਸ਼ਬਦ ਸਤਸੰਗ ਘਰ ਦੇ ਬਾਨੀ ਬਾਬਾ ਤਰਲੋਕ ਸਿੰਘ ਮਹਾਰਾਜ ਜੀ ਆਪਣੇ ਮੁਖ ਵਿੱਚੋਂ ਸ਼ਬਦ ਬੋਲਦੇ ਹੁੰਦੇ ਸੀ। ਪੁਰਾਣੇ ਸੇਵਕਾਂ ਨੂੰ ਬੀਬੀ ਜੀ ਹੋਣਾ ਨੂੰ ਪੁਰਾਣੇ ਸਿੱਖਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਜੀ ਆਪ ਹੀ ਸ਼ਬਦ ਬੋਲਦੇ ਹੁੰਦੇ ਸੀ। ਨਾਲੇ ਕਹਿਣਾ ਭਾਵੇਂ ਜਾਤ ਦਾ ਹੋਵੇ ਕੋਈ ਖੱਤਰੀ ਤੇ ਹੋਵੇ ਗੁਰੂ ਨਾਨਕ ਵਰਗਾ ਮੈਨੂੰ ਇੱਦਾਂ ਦਾ ਮਿਲਾ ਦੇ ਸੱਚੇ ਪਾਤਸ਼ਾਹ ਉਹ ਵਾਸੀ ਹੋਵੇ ਸੱਚਖੰਡ ਦਾ। ਜਿਹੜੇ ਘਰ ਦਾ ਕੋਈ ਵਾਸੀ ਹੋਵੇ ਆਪਣੇ ਘਰ ਨੂੰ ਖਿੱਚ ਕੇ ਲੈ ਕੇ ਜਾਂਦਾ ਹੈ। ਜੇ ਤੁਸੀਂ ਗੁਰਦੁਆਰੇ ਦੇ ਲਾਗੇ ਜਾਓ ਤੇ ਗੁਰਦੁਆਰੇ ਦੇ ਸੇਵਾਦਾਰ ਪ੍ਰਸ਼ਾਦ ਵੰਡਣ ਵਾਲੇ ਪ੍ਰਸ਼ਾਦੇ ਵਾਲੇ ਤੁਹਾਨੂੰ ਆਵਾਜ਼ਾਂ ਮਾਰਨਗੇ ਗੁਰੂ ਕੀ ਸੰਗਤੇ ਪ੍ਰਸ਼ਾਦਾ ਛਕ ਕੇ ਜਾਓ ਪ੍ਰਸ਼ਾਦ ਲੈ ਕੇ ਜਾਓ ਗੁਰੂ ਦੀ ਸੰਗਤੇ ਬੈਠ ਜਾਓ ਕੀਰਤਨ ਸਰਵਣ ਕਰੋ। ਤੇ ਜੇ ਕਿਸੇ ਠੇਕੇ ਦੇ ਲਾਗੋਂ ਦੀ ਲੰਘੋ ਤੇ ਹਾਤੇ ਵਾਲੇ ਆਵਾਜ਼ ਮਾਰਨਗੇ ਉਹ ਕਹਿਣਗੇ ਆ ਜਾਓ ਭਈ ਇੱਥੇ ਹਾਤਾ ਬਣਿਆ ਇੱਥੇ ਬਹਿ ਜਾਓ। ਜੈਸੀ ਸੰਗਤ ਤੈਸੀ ਰੰਗਤ। ਜਿਹੜੇ ਗੁਰੂ ਵਾਲੇ ਆ ਉਹ ਭੁੱਖੇ ਵੀ ਰਹਿਣ ਉਹ ਦੁਖੀ ਵੀ ਹੋਣ ਪਰ ਆਪਣੇ ਗੁਰੂ ਦਾ ਲੜ ਨਹੀਂ ਛੱਡਦੇ। ਆਇਆ ਸਮਾਂ ਕਈ ਮਹੀਨਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਭੁੱਖੇ ਬੈਠੇ ਸਿੱਖਾਂ ਨੇ ਸੋਚਿਆ ਕਿ ਗੁਰੂ ਤੇ ਫੈਸਲਾ ਕੋਈ ਕਰ ਰਹੇ ਨਹੀਂ ਆਪਾਂ ਹੀ ਫੈਸਲਾ ਕਰ ਲਈਏ। ਆਪਾਂ ਸਤਿਗੁਰਾਂ ਨੂੰ ਕਹਿ ਦਈਏ ਕਿ ਮਹਾਰਾਜ ਸਾਡੀ ਜਾਨ ਛੱਡੋ ਅਸੀਂ ਤੁਹਾਡੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਅਸੀਂ ਆਪਣੇ ਘਰਾਂ ਨੂੰ ਜਾਈਏ। ਵਕਤ ਵਾਲੇ ਸਮੇਂ ਵੇਲੇ ਕੋਈ ਵਿਰਲੇ ਸਾਥ ਦਿੰਦੇ ਆ। ਪਿਆਰੀ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਬੜੇ ਖੁਸ਼ ਹੋਏ ਬਹੁਤ ਖੁਸ਼ ਹੋਏ ਸਿੱਖਾਂ ਦੀ ਉਦੋਂ ਗੱਲ ਸੁਣ ਕੇ ਭਈ ਇਹ ਤੁਹਾਡੀ ਗੱਲ ਮੈਨੂੰ ਮਨਜ਼ੂਰ ਆ ਪਰ ਇੱਦਾਂ ਨਹੀਂ ਮੈਨੂੰ ਕਿਸੇ ਕਾਗਜ਼ 'ਤੇ ਲਿਖ ਕੇ ਦਿਓ। ਉਸ ਵੇਲੇ ਜਥੇਦਾਰ ਭਾਈ ਮਾਨ ਸਿੰਘ ਜੀ ਉਹ 40 ਬੰਦਿਆਂ ਦਾ ਮੁਖੀ ਭਾਈ ਮਾਨ ਸਿੰਘ ਸੀ ਨਾਲੇ ਪੜ੍ਹਿਆ ਵੀ ਸੀ। ਪਿੰਡ ਰਟੌਲ ਮਾਝੇ ਵਿੱਚ ਆ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਟੌਲ ਪਿੰਡ ਆ ਹੁਣ ਤੇ ਸ਼ਾਇਦ ਤਰਨਤਾਰਨ ਜ਼ਿਲ੍ਹੇ ਵਿੱਚ ਆ ਗਿਆ ਹੈ। ਉਸ ਪਿੰਡ ਦਾ ਹੀ ਭਾਈ ਮਾਨ ਸਿੰਘ ਉਹਨੇ ਕਾਗਜ਼ ਤੇ ਲਿਖ ਦਿੱਤਾ ਕਲਗੀ ਵਾਲਿਆ ਅਸੀਂ ਨਹੀਂ ਸਿੱਖ ਤੇਰੇ ਤੂੰ ਸਾਡਾ ਅੱਜ ਤੋਂ ਕੁਝ ਲੱਗਦਾ ਨਹੀਂ ਕਈ ਮਹੀਨਿਆਂ ਤੋਂ ਬੈਠੇ ਭੁੱਖੇ ਦਾਤਾ ਤੇਰੇ ਨਾਲ ਇਹ ਸਾਡਾ ਕੁਝ ਬਣਦਾ ਨਹੀਂ ਬਾਜਾਂ ਵਾਲਿਆ ਅਸੀਂ ਨਹੀਂ ਸਿੱਖ ਤੇਰੇ ਤੂੰ ਸਾਡਾ ਅੱਜ ਤੋਂ ਕੁਝ ਲੱਗਦਾ ਨਹੀਂ। ਇਹ ਚਿੱਠੀ ਲਿਖ ਦਿੱਤੀ। ਸਤਿਗੁਰਾਂ ਨੇ ਚਿੱਠੀ ਨੂੰ ਪੜ੍ਹਿਆ ਤੇ ਬੜੇ ਪਿਆਰ ਦੇ ਨਾਲ ਆਪਣੀ ਜੇਬ ਵਿੱਚ ਪਾ ਲਿਆ ਤੇ ਕਹਿੰਦੇ ਵੀ ਹੁਣ ਤੁਸੀਂ ਜਾ ਸਕਦੇ ਹੋ। ਜਦੋਂ ਘਰ ਆਏ ਨਾ ਪਿਆਰੀ ਸਾਧ ਸੰਗਤ ਜੀਓ ਤੇ ਜਿਹੜੀਆਂ ਮਾਝੇ ਵਾਲੀਆਂ ਬੀਬੀਆਂ ਸੀ ਉਹਨਾਂ ਨੇ ਕਿਹਾ ਔਖੀ ਵੇਲੇ ਸਤਿਗੁਰ ਦਾ ਤੁਸੀਂ ਸਾਥ ਛੱਡ ਕੇ ਆਏ ਹੋ। ਜਦੋਂ ਖਾਣੀਆਂ ਸੀ ਜਲੇਬੀਆਂ ਜਦੋਂ ਖਾਣੇ ਸੀ ਕੜਾਹ ਜਦੋਂ ਛਕਦੇ ਸੀ ਗੁਰੂ ਘਰ ਵਿੱਚ ਪਰੌਂਠੇ ਤੜਕੇ ਲਾ ਲਾ ਕੇ ਸਬਜ਼ੀਆਂ ਛਕਦੇ ਸੀ ਉਦੋਂ ਤੇ ਗੁਰੂ ਦੇ ਨਾਲ ਰਹੇ ਤੇ ਅੱਜ 22 ਧਾਰ ਦੇ ਰਾਜਿਆਂ ਦੇ ਨਾਲ ਕੋਈ ਮੁਕਾਬਲਾ ਲੱਗਾ ਹੈ ਤੇ ਤੁਸੀਂ ਗੁਰੂ ਨੂੰ ਪਾਸਾ ਵੱਟ ਕੇ ਆ ਗਏ ਹੋ ਪਿੱਛਾ ਦੇ ਕੇ ਆ ਗਏ ਹੋ। ਤੁਸੀਂ ਆਹ ਲਓ ਚੂੜੀਆਂ
ਆਪਣੇ ਹੱਥਾਂ ਦੀਆਂ ਚੂੜੀਆਂ ਲਾ ਕੇ ਉਹਨਾਂ ਅੱਗੇ ਸੁੱਟ ਦਿੱਤੀਆਂ ਵੀ ਤੁਸੀਂ ਚੂੜੀਆਂ ਪਾ ਲਓ, ਆ ਸਾਡੇ ਕੱਪੜੇ ਪਾ ਲਓ, ਤੁਸੀਂ ਘਰਾਂ ਵਿੱਚ ਰੋਟੀਆਂ ਪਕਾਓ, ਆਪਣੇ ਨਿਆਣੇ ਸਾਂਭੋ, ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੀ ਫੌਜ ਵਿੱਚ ਜਾਂਦੇ ਹਾਂ। ਅਸੀਂ ਜਾਂਦੇ ਮਾਂ ਭਾਗੋ, ਜਿਹੜੀ ਹਜੂਰ ਸਾਹਿਬ ਤੱਕ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦੇਣ ਦਿੱਤਾ ਹੈ। ਮਾਂ ਭਾਗੋ ਨੇ ਸਿੰਘਣੀਆਂ ਦਾ ਜਥਾ ਲਿਆ ਤੇ ਤੁਰ ਪਈ, ਅਤੇ 40 ਮੁਕਤਿਆਂ ਨੇ ਵੀ ਕਿਹਾ ਵੀ ਅਸੀਂ ਗੁਰੂ ਨਾਲੋਂ ਟੁੱਟ ਗਏ ਹਾਂ ਤੇ ਸਾਡਾ ਵੀ ਜੀਣ ਕੁਝ ਨਹੀਂ। ਪਿਆਰੀ ਸਾਧ ਸੰਗਤ, ਜਿਹੜਾ ਟੁੱਟ ਜਾਂਦਾ ਪਤਾ ਉਹਨੂੰ ਪਛਤਾਉਂਦਾ ਬਹੁਤ ਹੈ ਟੁੱਟ ਕੇ, ਪਰ ਕਿਸਮਤ ਉਹਦਾ ਸਮਾਂ ਸਾਥ ਦੇਵੇ ਤੇ ਫੇਰ ਗੁਰੂ ਨਾਲ ਮਿਲਾਪ ਹੁੰਦਾ ਹੈ, ਨਹੀਂ ਤੇ ਟੁੱਟੇ ਹੀ ਮਰ ਜਾਂਦੇ ਆ। ਉਹਨਾਂ ਨੂੰ ਕੋਈ ਮਿਲਾਉਣ ਵਾਲਾ ਲੱਭਦਾ ਹੀ ਨਹੀਂ, ਟੁੱਟੇ ਹੀ ਮਰ ਜਾਂਦੇ ਆ। ਪਿਆਰੀ ਸਾਧ ਸੰਗਤ ਜੀ, ਉਹ ਟੁੱਟ ਗਏ। 80 ਸਾਲ ਤੋਂ ਲਾ ਕੇ 17 ਸਾਲ ਦੀ ਉਮਰ ਤੱਕ ਬੀਬੀਆਂ ਨਾਲ ਕਿਰਪਾਨਾਂ ਫੜ ਕੇ, ਤਲਵਾਰਾਂ ਫੜ ਕੇ, ਖੰਡੇ ਫੜ ਕੇ ਜੰਗ ਵੱਲ ਗਈਆਂ ਤੇ ਨਾਲ ਉਹ ਸਿੱਖ ਵੀ ਚਲੇ ਗਏ। ਪਿਆਰੀ ਸਾਧ ਸੰਗਤ, ਜੋ ਖਤਰਾਨੇ ਦੀ ਢਾਬ ਤੇ ਅੱਜ ਦੇ ਦਿਨ ਜੰਗ ਹੋਈ, ਉਸ ਜੰਗ ਵਿੱਚ 38 ਸਿੰਘ ਜਿਹੜੇ ਸੀ ਸ਼ਹੀਦ ਹੋ ਗਏ ਤੇ ਸੱਚਖੰਡ ਦੇ ਦਰਵਾਜ਼ੇ ਉੱਤੇ ਚਲੇ ਗਏ। ਪਰ ਉੱਥੇ ਪਹਿਰੇਦਾਰ ਜਿਹੜਾ ਦਰਵਾਜ਼ਾ ਬੰਦ ਕਰਕੇ ਬੈਠਾ ਹੈ, ਸੱਚਖੰਡ ਦੇ ਦਰਵਾਜ਼ੇ 'ਚ ਲੰਘਣ ਹੀ ਨਹੀਂ ਦਿੰਦਾ, ਕਹਿੰਦੇ ਕੋਈ ਲੰਘ ਨਹੀਂ ਸਕਦਾ। ਤੇ ਸਿੱਖ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਆ, ਸਾਨੂੰ ਲੰਘਣ ਦਿਓ। ਤੇ ਕਹਿੰਦੇ ਜਿੱਦਾਂ ਕਈ ਵਾਰ ਕਿਸੇ ਦੇ ਖਾਤੇ ਤੇ ਕੋਈ ਬੈਂਕ ਵਾਲਾ ਮੈਨੇਜਰ ਸਾਹਿਬ ਕਿਤੇ ਕਾਂਟਾ ਮਾਰ ਦੇਵੇ, ਕੋਈ ਰੋਕ ਕਰ ਦੇਵੇ ਨਾ, ਤੇ ਕਾਪੀ ਲੈ ਕੇ ਜਾਵੇ ਪੈਸੇ ਕਢਾਉਣ ਵਾਸਤੇ, ਤੇ ਕਹਿੰਦੇ ਭਈ ਤੁਹਾਡੇ ਖਾਤੇ ਤੇ ਰੋਕ ਲੱਗੀ ਆ, ਤੁਸੀਂ ਪਹਿਲਾਂ ਇਹ ਖਾਤੇ ਨੂੰ ਸਿੱਧਾ ਕਰੋ, ਪ੍ਰੋਬਲਮ ਵੇਖੋ ਕੀ ਗੱਲ ਆ। ਉਹ ਬਾਕੀ ਘਰ ਦੇ ਜੀਵਾਂ ਨੂੰ ਵੀ ਬੁਲਾਇਆ ਜਾਂਦਾ ਹੈ ਵੀ ਇਹ ਖਾਤਾ ਰੁਕਿਆ ਕਿਉਂ ਹੈ। ਕਹਿੰਦੇ ਵੀ ਤੁਹਾਡਾ ਖਾਤਾ ਦੀ ਐਂਟਰੀ ਰੁਕੀ ਹੋਈ ਆ, ਤੁਸੀਂ ਸੱਚਖੰਡ ਅੰਦਰ ਜਾ ਨਹੀਂ ਸਕਦੇ। ਕਹਿੰਦੇ ਸਾਰੀ ਉਮਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੱਟੀ, ਅਖੀਰ ਵਿੱਚ ਲੜਾਈ ਕਰਦੇ ਸ਼ਹੀਦ ਹੋਏ ਆ, ਸ਼ਹੀਦਾਂ ਵਾਸਤੇ ਤੇ ਸੱਚਖੰਡ ਬਣਿਆ ਆ, ਸ਼ਹੀਦ ਸੱਚਖੰਡ ਜਾ ਸਕਦੇ ਆ। ਉਹ 38 ਸਿੱਖ ਜਿਹੜੇ ਆ, ਉਹ ਸੱਚਖੰਡ ਦੇ ਬੂਹੇ ਅੱਗੇ ਜਿਹੜਾ ਸੰਤਰੀ ਸੀ, ਸੇਵਾਦਾਰ ਸੀ, ਉਹਦੇ ਨਾਲ ਬਹਿਸੋਂ ਬਹਿਸਾ ਕਰ ਰਹੇ। ਪਰ ਕਹਿੰਦੇ ਨਹੀਂ ਬਈ, ਤੁਹਾਨੂੰ ਐਂਟਰੀ ਨਹੀਂ ਹੋ ਸਕਦੀ। ਪੂਰੇ ਗੁਰੂ ਦੁਨੀਆ ਦੇ ਮਾਲਕ ਨੂੰ ਤੁਸੀਂ ਬਦਾਵਾ ਲਿਖ ਕੇ ਦੇ ਆਇਓ ਕਿ ਤੂੰ ਸਾਡਾ ਗੁਰੂ ਹੀ ਨਹੀਂ। ਜਦੋਂ ਗੁਰੂ ਨਹੀਂ ਸਾਡਾ ਤੇ ਪਾਰ ਕੌਣ ਲਗਾਊਗਾ? ਬਾਹੋਂ ਫੜ ਕੇ ਤੇ ਗੁਰੂ ਨੇ ਪਾਰ ਲਗਾਉਣਾ ਨਾ, ਹੋਰ ਤੇ ਕੋਈ ਲੰਘਾ ਨਹੀਂ ਸਕਦਾ। ਪਹਿਲੋਂ ਆਪਣੇ ਗੁਰੂ ਨੂੰ ਮਨਾਓ, ਜਾ ਕੇ ਗੁਰੂ ਕੋਲ ਜਾਓ। ਉਹ 38 ਰੂਹਾਂ ਜਿਹੜੀਆਂ ਸੀ ਉਹ ਦੁਬਾਰਾ ਮਾਂ ਸਿੰਘ ਕੋਲ ਆਈਆਂ। 38 ਰੂਹਾਂ ਨੇ ਆਖਿਆ ਭਈ ਸੱਚਖੰਡ ਦਾ ਦਰਵਾਜ਼ਾ ਬੰਦ ਹੋ ਗਿਆ ਹੈ, ਸਾਨੂੰ ਕੋਈ ਲੰਘਣ ਨਹੀਂ ਦੇ ਰਿਹਾ, ਇਹ ਪੂਰੇ ਗੁਰੂ ਕੋਲੋਂ ਮਾਫੀ ਮੰਗੋ। ਪਿਆਰੀ ਸਾਧ ਸੰਗਤ ਜੀਓ, 2 ਸਿੱਖ ਸੈਕਦੇ ਸੀ। ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 40 ਸਿੱਖਾਂ ਦੇ ਕੋਲ ਇਕੱਲੇ ਇਕੱਲੇ ਜਾ ਕੇ ਆਖਿਆ, ਆ ਮੇਰਾ 5 ਹਜ਼ਾਰੀ, ਆ ਮੇਰਾ 10 ਹਜ਼ਾਰੀ, ਧਿਆਨ ਦਿਓ, ਆ ਤੁਹਾਨੂੰ ਸਰਦਾਰੀ ਮਿਲੀ ਆ, ਗੱਦੀਆਂ ਮਿਲੀਆਂ, ਤੁਸੀਂ ਕੋਈ 100 ਜੀ ਲੈ ਕੇ ਆਉਂਦਾ, ਕੋਈ 500 ਜੀ ਲੈ ਕੇ ਆਉਂਦਾ, ਕੋਈ 1000 ਜੀ ਲੈ ਕੇ ਆਉਂਦਾ, ਕੋਈ ਇਹਦੋਂ ਵੱਧ ਵਾਲਾ ਵੀ ਹੈਗਾ। ਇਹ ਤੁਹਾਡੀ ਪਿਛਲੀ ਕਮਾਈ ਦੀ ਸਰਦਾਰੀ ਮਿਲੀ ਆ, ਤੁਹਾਨੂੰ ਐਵੇਂ ਨਹੀਂ ਮਿਲੀ, ਕਿਤੇ ਚੰਗਾ ਕਰਮ ਤੁਸੀਂ ਕੀਤਾ ਹੈ। ਸਤਿਗੁਰ ਕਿਹਾ ਮੇਰਾ 5 ਹਜ਼ਾਰੀ ਸਿੱਖ, ਆ ਮੇਰਾ 10 ਹਜ਼ਾਰੀ, ਆ 15 ਹਜ਼ਾਰੀ, ਆ 20 ਹਜ਼ਾਰੀ, ਸਹੀਏ ਸਹੀਏ ਉਸ ਜਗ੍ਹਾ ਤੇ ਆ ਗਿਆ। ਸਤਿਗੁਰ ਜਿਸ ਜਗ੍ਹਾ ਤੇ ਮਾਨ ਸਿੰਘ ਜੀ ਲੰਮੇ ਪਏ ਸੀ, ਮਾਨ ਸਿੰਘ ਦਾ ਮੁੱਖ ਜਿਹੜਾ ਰਮਾਲ ਦੇ ਨਾਲ ਸਾਫ਼ ਕੀਤਾ ਸਤਿਗੁਰਾਂ ਨੇ। ਤੇ ਸਤਿਗੁਰਾਂ ਦਾ ਬੱਲੇ ਉਹ ਮਾਨ ਸਿੰਘਾ, ਬੜੀ ਤਗੜੀ ਬਹਾਦਰੀ ਵਿਖਾ ਲਈ। ਉਹ ਦੱਸ ਤੈਨੂੰ 2 ਜਹਾਨ ਦੀ ਜ਼ਿੰਦਗੀ ਦੇ ਦਈਏ, ਏਡੀ ਲੰਮੀ ਜ਼ਿੰਦਗੀ ਕਰ ਦਈਏ, ਤੈਨੂੰ 2 ਜਹਾਨ ਦਾ ਰਾਜ ਦੇ ਦਈਏ, ਤੈਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਈਏ। ਤੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ, ਮੈਨੂੰ ਨਾ ਰਾਜ ਚਾਹੀਦਾ ਹੈ, ਨਾ ਮੈਨੂੰ ਜ਼ਿੰਦਗੀ ਚਾਹੀਦੀ ਹੈ, ਮੇਰਾ ਲਿਖਿਆ ਬਦਾਵਾ ਹੀ ਪਾੜ ਦਿਓ, ਜਿਹੜਾ ਮੈਂ ਅਨੰਦਪੁਰ ਸਾਹਿਬ ਵਿੱਚ ਤੁਹਾਨੂੰ ਬਦਾਵਾ ਲਿਖ ਕੇ ਦੇ ਕੇ ਆਇਆ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਹੱਸ ਕੇ, ਉਹ ਮਾਨ ਸਿਆਂ, ਬਦਾਵਾ ਤੂੰ ਅਨੰਦਪੁਰ ਸਾਹਿਬ ਵਿੱਚ ਲਿਖ ਕੇ ਦੇ ਕੇ ਆਇਆ, ਮੇਰੇ ਬੱਚੇ ਮੇਰੇ ਨਾਲੋਂ ਵਿਛੜ ਗਏ ਆ, ਮੇਰਾ ਪਰਿਵਾਰ, ਮੇਰੇ ਮਹਿਲ ਵਿਛੜ ਗਏ, ਮੇਰੇ ਸਿੱਖ ਮੇਰੇ ਨਾਲੋਂ ਵਿਛੜ ਗਏ, ਮੇਰੀਆਂ ਸੰਗਤਾਂ ਮੇਰੇ ਨਾਲੋਂ ਵਿਛੜ ਗਈਆਂ, ਤੇ ਬਦਾਵਾ ਕਿਤੇ ਮੇਰੇ ਕੋਲ ਰੱਖਿਆ ਪਿਆ ਹੈ, ਮੈਂ ਤੇ ਬਦਾਵਾ ਹੁਣ ਪਾੜ ਨਹੀਂ ਸਕਦਾ। ਕਹਿੰਦਾ ਨਹੀਂ ਸੱਚੇ ਪਾਤਸ਼ਾਹ, ਕਹਿੰਦਾ ਤੂੰ ਰਾਜ ਲੈ ਲਾ, ਉਮਰ ਲੈ ਲਾ। ਕਹਿੰਦਾ ਮੈਨੂੰ ਉਮਰ ਵੀ ਨਹੀਂ ਚਾਹੀਦੀ, ਮੈਨੂੰ ਰਾਜ ਵੀ ਨਹੀਂ, ਸਤਿਗੁਰੂ ਮੇਰਾ ਬਦਾਵਾ ਪਾੜ ਦਿਓ। ਤੇ ਸਤਿਗੁਰ ਦਾ ਦਿਲ ਜਿਹੜਾ ਮਾਂ ਵਾਂਗੂ ਬਹੁਤ ਨਿਰਮਲ ਹੁੰਦਾ, ਜਿੱਦਾਂ ਮਾਂ ਇਹ ਮੈਨੂੰ ਪਾਰ ਲੰਘਾਦਾ ਤਾਂ
ਇਹ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ 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 ਮੇਰੀ ਜਿੰਦ ਨਿਮਾਣੀ ਡੋਲੇ 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 ਜਲ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਰੁੜ ਜਾਵੇਗੀ ਜਿੰਦ ਨਿਮਾਣੀ ਜੇ ਨਾ ਪਾਰ ਲੰਘਾਇਆ ਦਾਤਿਆ ਜੇ ਨਾ ਪਾਰ ਲੰਘਾਇਆ ਰੁੜ ਜਾਵੇਗੀ ਜਿੰਦ ਨਿਮਾਣੀ ਜੇ ਨਾ ਪਾਰ ਲੰਘਾਇਆ ਦਾਤਿਆ ਜੇ ਨਾ ਪਾਰ ਲੰਘਾਇਆ ਇਹ ਹੱਥ ਜੋੜ ਫਰਿਆਦ ਕਰਨ ਲਈ ਤੇਰੇ ਦਰ ਤੇ ਆਇਆ ਦਾਨਿਆ ਤੇਰੇ ਦਰ ਤੇ ਆਇਆ ਹੱਥ ਜੋੜ ਫਰਿਆਦ ਕਰਨ ਲਈ ਤੇਰੇ ਦਰ ਤੇ ਆਇਆ ਦਾਤਿਆ ਤੇਰੇ ਦਰ ਤੇ ਆਇਆ ਮੇਰੀ ਆਸ ਬੁਝਾਣਾ ਤਾਂ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਇਹ ਜਿੰਦ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਜਿੰਦ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਇਹ ਜਿੰਦ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਜਿੰਦ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਇਹ ਜਿੰਦ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ 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 ਮੇਰੀ ਜਿੰਦ ਨਿਮਾਣੀ ਡੋਲੇ ਇਹ ਚਾਰ ਸਵੇਰੇ ਨੇਰਾ ਦਿਸਦਾ ਏ ਕਿੱਧਰ ਨੂੰ ਤੁਰ ਜਾਵਾਂ ਦਾਤਿਆ ਕਿੰਦਰ ਨੂੰ ਤੁਰ ਜਾਵਾਂ ਚਾਰ ਚੁਫੇਰੇ ਨੇਰਾ ਦਿਸਦਾ ਕਿੱਧਰ ਨੂੰ ਤੁਰ ਜਾਵਾਂ ਦਾਤਿਆ ਕਿੱਧਰ ਨੂੰ ਤੁਰ ਜਾਵਾਂ ਏ ਤੇਰੇ ਬਾਝੋਂ ਕੋਈ ਨਹੀਂ ਸੁਣਦਾ ਕਿਸ ਨੂੰ ਹਾਲ ਸੁਣਾਵਾਂ ਦਿਲ ਦਾ ਕਿਸ ਨੂੰ ਹਾਲ ਸੁਣਾਵਾਂ ਤੇਰੇ ਬਾਝੋਂ ਕੋਈ ਨਹੀਂ ਦਿਸਦਾ ਕਿਸ ਨੂੰ ਹਾਲ ਸੁਣਾਵਾਂ ਦਿਲ ਦਾ ਕਿਸ ਨੂੰ ਹਾਲ ਸੁਣਾਵਾਂ ਏ ਤੇਰੇ ਬਾਝੋਂ ਕੋਈ ਨਹੀਂ ਸੁਣਦਾ ਕਿਨੂੰ ਹਾਲ ਸੁਣਾਵਾਂ ਦਿਲ ਦਾ ਕਿਸ ਨੂੰ ਹਾਲ ਸੁਣਾਵਾਂ ਤੇਰੇ ਬਾਝੋਂ ਕੋਈ ਨਹੀਂ ਦਿਸਦਾ ਕਿਸ ਨੂੰ ਹਾਲ ਸੁਣਾਵਾਂ ਦਿਲ ਦਾ ਕਿਸ ਨੂੰ ਹਾਲ ਸੁਣਾਵਾਂ ਮੈਨੂੰ ਚਰਨੀ ਲਾਦਾ ਤਾਂ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਿਮਾਣੀ ਡੋਲੇ 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 ਜਲ ਨਿਮਾਣੀ ਡੋਲੇ ਮੇਰੀ ਜਿੰਦ ਨਿਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ 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 ਮੇਰੀ ਜਿੰਦ ਨਿਮਾਣੀ ਡੋਲੇ ਇਹ ਮਜਬਾਂ ਦੇ ਤੁਸੀਂ ਬੰਧਨ ਕੱਢ ਕੇ ਪਾਰ ਕਰੋ ਸੁਆਮੀ ਮੈਨੂੰ ਪਾਰ ਕਰੋ ਸੁਆਮੀ ਭਵਜਲਾਂ ਦੇ ਪਾਰ ਕਰੋ ਸੁਆਮੀ ਮੈਨੂੰ ਪਾਰ ਕਰੋ ਸੁਆਮੀ ਇਹ ਕਿਰਪਾ ਕਰਕੇ ਬਖਸ਼ੋ ਦਾਤਾ ਜੋ
ਜੋ ਵੀ ਹੋਈ ਖਨਾਮੀ ਮੇਰੇ ਤੋਂ ਜੋ ਵੀ ਹੋਈ ਖਨਾਮੇ ਕਿਰਪਾ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਖਨਾਮੀ ਦਾਤਾ ਜੋ ਵੀ ਹੋਈ ਖਨਾਮੀ ਮੇਰੇ ਬਖਸ਼ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਖਨਾਮੀ ਮੇਰੇ ਤੋਂ ਜੋ ਵੀ ਹੋਈ ਖਨਾਮੇ ਕਿਰਪਾ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਖਨਾਮੀ ਮੈਥੋਂ ਜੋ ਵੀ ਹੋਈ ਖਨਾਮੀ ਮੇਰੇ ਬਖਸ਼ ਕਨਾਨਾ ਤਾਂ ਮੇਰੀ ਜਿੰਦ ਨਮਾਣੀ ਡੋਲੇ ਮੈਨੂੰ ਪਾਰ ਲਗਾ ਦਾਤਾ ਮੇਰੀ ਜਿੰਦ ਨਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਜਿੰਦ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਜਿੰਦ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਜਲ ਨਮਾਣੀ ਡੋਲੇ ਮੇਰੀ ਜਿੰਦ ਨਮਾਣੀ ਡੋਲੇ ਮੈਨੂੰ ਪਾਰ ਲਗਾ ਦਾਤਾ ਮੇਰੀ ਜਿੰਦ ਨਮਾਣੀ ਡੋਲੇ ਮੈਨੂੰ ਪਾਰ ਲਗਾ ਦਾਤਾ ਏ ਮੇਰੀ ਜਿੰਦ ਨਮਾਣੀ ਡੋਲੇ ਪਾਰ ਲੰਘਾ ਦਾਤਾ ਮੇਰੀ ਜਿੰਦ ਨਮਾਣੀ ਡੋਲੇ ਮੈਨੂੰ ਪਾਰ ਲੰਘਾ ਦਾਤਾ ਮੇਰੀ ਜਿੰਦ ਨਮਾਣੀ ਡੋਲੇ ਹੱਥ ਜੋੜ ਕੇ ਅਰਦਾਸ ਕਰਨ ਡਿਆ ਬੇਨਤੀ ਕਰਨ ਡਿਆ ਸੱਚੇ ਪਾਤਸ਼ਾਹ ਮਜਮਾਂ ਦੇ ਤੁਸੀਂ ਬੰਧਨ ਕੱਢ ਕੇ ਪਾਰ ਕਰੋ ਸੁਆਮੀ ਕਿਰਪਾ ਕਰਕੇ ਬਖਸ਼ੋ ਦਾਤਾ ਜੋ ਵੀ ਹੋਈ ਖਨਾਮੀ ਸਤਿਗੁਰੂ ਮੈਨੂੰ ਬਖਸ਼ ਦਿਓ ਤੇ ਸਤਿਗੁਰਾਂ ਨੇ ਆਪਣੇ ਕਮਰ ਕੱਸੇ ਵਿੱਚੋਂ ਉਹ ਲਿਖਿਆ ਹੋਇਆ ਕਾਗਜ਼ ਇੰਨਾ ਕੁ ਟੁਕੜਾ ਕੱਢ ਕੇ ਸਤਿਗੁਰਾਂ ਨੇ ਸਾਹਮਣੇ ਕੀਤਾ ਵੀ ਮਾਨ ਸਿੰਘਾ ਤੂੰ ਇਹੋ ਲਿਖ ਕੇ ਦੇ ਕੇ ਆਇਆ ਸਾਂ ਵੇਖੋ ਕਿੱਡੀ ਵੱਡੀ ਗੱਲ ਆ ਲਿਖਿਆ ਆਨੰਦਪੁਰ ਸਾਹਿਬ ਤੇ ਸਤਿਗੁਰ ਪਾੜਨ ਵਾਸਤੇ ਸਿੱਖ ਦੇ ਮਗਰ ਗਏ ਭੁੱਲੇ ਸਿੱਖ ਗੁਰ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਜਦੋਂ ਸਿੱਖ ਭੁੱਲਦਾ ਹੈ ਤੇ ਸਤਿਗੁਰੂ ਦੇ ਮਗਰ ਜਾ ਕੇ ਵੀ ਉਹਨੂੰ ਬਖਸ਼ਣ ਦੀ ਕੋਸ਼ਿਸ਼ ਕਰਦਾ ਉਹ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ ਵੇਖ ਜੋਦਿਆ ਵਾ ਤੇਰਾ ਆਖਾ ਕਿੱਦਾਂ ਮੋੜੀਏ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ ਉਹ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ 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 ਇਹ ਆਖਾ ਕਿੱਦਾਂ ਮੋੜੀਏ 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 ਜੀ ਆਖਾ ਕਿੱਦਾਂ ਮੋੜੀਏ ਆਖਾ ਕਿੱਦਾਂ ਮੋੜੀਏ ਆਖਾ ਕਿੱਦਾਂ ਮੋੜੀਏ ਪਾੜ ਕੇ ਬਲਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਲਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਦਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਦਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਲਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਦਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਦਾਵਾ ਤੈਨੂੰ ਉਹਦੇ ਨਾਲ ਜੋੜੀਏ ਪਾੜ ਕੇ ਬਦਾਵਾ ਤੈਨੂੰ ਉਹਦੇ ਨਾਲ ਜੋੜੀਏ ਵੇਖ ਜੋਦਿਆ ਤੇਰਾ ਆਖਾ ਕਿਵੇਂ ਮੋੜੀਏ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ ਓ ਵੇਖ ਜੋਦਿਆ ਤੇਰਾ ਆਖਾ ਕਿੱਦਾਂ ਮੋੜੀਏ ਮੇਰੀ ਬਾਂਦੀ ਭਗਤ ਛਡਾਵੇ ਬਾਂਦੀ ਭਗਤ ਨਾ ਛੁੱਟੇ ਮੋਹੇ ਕਹਿੰਦੇ ਤੇਰਾ ਆਖਾ ਕਿੱਦਾਂ ਮੋੜੀਏ ਬਈ ਵੇਖ ਜੋਧਿਆ ਆ ਬਦਾਵਾ ਕੱਢਿਆ ਲਿਖਿਆ ਆਨੰਦਪੁਰ ਆ ਤੇ ਪਾੜਿਆ ਜਾ ਕੇ ਸ੍ਰੀ ਮੁਕਤਸਰ ਸਾਹਿਬ ਆ ਜਦੋਂ ਬਦਾਵਾ ਪਾੜ ਦਿੱਤਾ ਮਾਨ ਸਿੰਘ ਤੇ ਉਹਦੇ ਸਾਥੀ ਜਿਹੜੇ ਸੀ ਉਹ ਜਦੋਂ ਸੱਚਖੰਡ ਦੇ ਬੂਹੇ ਅੱਗੇ ਗਏ ਨਾਲ 38 ਰੂਹਾਂ ਦੂਸਰੀਆਂ 40 ਦੇ 40 ਸੱਚਖੰਡ ਦੇ ਵਾਸੀ ਬਣੇ ਅੱਜ ਦੇ ਦਿਨ ਸਤਿਗੁਰਾਂ ਨੇ ਬਦਾਵਾ ਪਾੜਿਆ ਸੀ ਤੇ ਮਹਾਂਪੁਰਖ ਸੰਤ ਬਾਬਾ ਸੁਰਿੰਦਰ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਨ ਸਾਨੂੰ ਮਾਫ ਕੀਤਾ ਸੀ ਸਾਡੇ ਵੀ ਬਦਾਵੇ ਲਿਖੇ ਪਾੜੇ ਸੀ ਪਿਆਰੀ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ
ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਇਹ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਪਿਤਾ ਗੁਰਾਂ ਦਾ ਤੇਗ ਬਹਾਦਰ 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 ਮਾਤਾ ਗੁਜਰੀ ਜਾਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਜਨਮ ਗੁਰਾਂ ਦਾ ਪਟਨ ਸਾਹਿਬ ਦਾ ਜਨਮ ਗੁਰਾਂ ਦਾ ਪਟਨ ਸਾਹਿਬ ਦਾ ਜਨਮ ਗੁਰਾਂ ਦਾ ਪਟਨ ਸ਼ਹਿਰ ਦਾ ਜਨਮ ਗੁਰਾਂ ਦਾ ਪਟਨ ਸ਼ਹਿਰ ਦਾ ਨੰਦਪੁਰ ਡੇਰਾ ਲਾਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਆਇਆ ਹਿੰਦ ਤੇਰੀ ਸ਼ਾਨ ਬਦਲੇ ਹੇਠ ਗੁਰਾਂ ਦੇ ਨੀਲਾ ਘੋੜਾ ਹੇਠ ਗੁਰਾਂ ਦੇ ਨੀਲਾ ਘੋੜਾ ਹੇਠ ਗੁਰਾਂ ਦੇ ਨੀਲਾ ਘੋੜਾ